ਡਾਕਟਰਾਂ ਨੇ ਇਹੋ ਜਿਹੇ ਲੈਬ ਵਾਲਿਆਂ ਨੇ ਜਿਹੜੇ ਭ੍ਰਿਸ਼ਟ ਲੋਕ ਨੇ ਉਹਨਾਂ ਨੇ ਆਦਤ ਪਾ ਲਈ ਹੈ ਕਿ ਕਰੋਨਾ ਦੇ ਰਾਹੀਂ ਪੈਸੇ ਕਿੱਦਾਂ ਕਮਾਉਣੇ ਨੇ, ਲੋਕਾਂ ਨੂੰ ਲੁੱਟਣਾ ਕਿੱਦਾਂ। ਇੱਥੇ ਨੈਗੇਟਿਵ ਨੂੰ ਪੋਜ਼ਿਟਿਵ ਕਰਕੇ ਕਿਵੇਂ ਹਸਪਤਾਲਾਂ ਦੇ ਵਿੱਚ ਰੈਫਰ ਕੀਤਾ ਜਾਂਦਾ ਹੈ, ਕਿਵੇਂ ਉਹਨਾਂ ਦੀ ਦੁਕਾਨਦਾਰੀ ਚਲਾਈ ਜਾਂਦੀ ਹੈ, ਔਰ ਉੱਥੇ ਜਿਹੜਾ ਪੈਕੇਜ ਸੈੱਟ ਹੁੰਦਾ ਕਿਸੇ ਦਾ 4 ਲੱਖ ਦਾ, ਕਿਸੇ ਦਾ 5 ਲੱਖ ਦਾ। ਪ੍ਰਾਈਵੇਟ ਵਾਲੇ ਠੀਕ ਨੂੰ ਹੀ ਠੀਕ ਕਰ ਦਿੰਦੇ ਨੇ ਕਿਉਂਕਿ ਉੱਥੇ ਪੇਸ਼ੈਂਟ ਹੀ ਠੀਕ ਭੇਜੇ ਜਾਂਦੇ ਆ। ਮੈਂ ਤੈਨੂੰ ਕਹਿੰਦਾ ਆਪਦੇ ਪਿਓ ਦਾ ਤੇ ਕਰ ਕੇਸ, ਤੇਰੇ ਮਗਰ ਜਿਹੜੇ ਸਿਆਸੀ ਪਿਓ ਖਲੋਤੇ ਨਾ ਤੈਨੂੰ ਠੇਕੇ ਦੇਣ ਵਾਲੇ, ਜੇ ਮੈਂ ਉਹ ਵੀ ਨੰਗੇ ਨਾ ਕਰਦੇ ਤੇ ਮੇਰਾ ਨਾਮ ਮਨਦੀਪ ਸਿੰਘ ਮੰਨਾ ਨਹੀਂ ਹੋ। ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਸਾਹਮਣੇ ਬਣੀ ਇੱਕ ਨਿੱਜੀ ਲੈਬ ਵੱਲੋਂ ਲੋਕਾਂ ਦੀਆਂ ਕਰੋਨਾ ਰਿਪੋਰਟਾਂ ਪੋਜ਼ਿਟਿਵ ਕੱਢਣ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਪੀੜਤ ਪਰਿਵਾਰਾਂ ਨੇ ਲੈਬ ਤੇ ਧੱਕੇ ਨਾਲ ਉਹਨਾਂ ਦੇ ਪੂਰੇ ਪਰਿਵਾਰਾਂ ਨੂੰ ਪੋਜ਼ਿਟਿਵ ਕੱਢਣ ਦੇ ਦੋਸ਼ ਲਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਹੈ। ਰੋਸ ਪ੍ਰਦਰਸ਼ਨ ਦੌਰਾਨ ਪਰਿਵਾਰਾਂ ਦਾ ਇਲਜ਼ਾਮ ਸੀ ਕਿ ਨਿੱਜੀ ਲੈਬ ਉਹਨਾਂ ਦੀਆਂ ਰਿਪੋਰਟਾਂ ਪੋਜ਼ਿਟਿਵ ਕੱਢ ਰਹੀ ਹੈ, ਪਰ ਜਦੋਂ ਕਿ ਸਰਕਾਰੀ ਟੈਸਟਾਂ ਵਿੱਚ ਉਹਨਾਂ ਦੀਆਂ ਰਿਪੋਰਟਾਂ ਨੈਗੇਟਿਵ ਆ ਰਹੀਆਂ ਨੇ। ਜਿਸ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਨੇ ਵੀ ਐਂਟਰੀ ਮਾਰ ਲਈ ਹੈ। ਮੰਨਾ ਨੇ ਲੈਬ ਉੱਪਰ ਨਿੱਜੀ ਹਸਪਤਾਲਾਂ ਨਾਲ ਮਿਲ ਕੇ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਦੇ ਇਲਜ਼ਾਮ ਲਾਏ ਨੇ। ਮੰਨਾ ਨੇ ਦੋਸ਼ ਲਾਇਆ ਕਿ ਨਿੱਜੀ ਹਸਪਤਾਲਾਂ ਵਿੱਚ 100% ਕਰੋਨਾ ਮਰੀਜ਼ ਠੀਕ ਹੋ ਰਹੇ ਨੇ, ਜਦਕਿ ਸਰਕਾਰੀ ਹਸਪਤਾਲਾਂ ਵਿੱਚ ਆਏ ਰੋਜ਼ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ। ਉਹਨਾਂ ਕਿਹਾ ਕਿ ਇਸ ਦਾ ਕਾਰਨ ਸਿਰਫ ਅਤੇ ਸਿਰਫ ਝੂਠੇ ਕਰੋਨਾ ਟੈਸਟ ਨੇ। ਦੋਸਤੋ, ਅੱਜ ਜਿਹੜਾ ਮੈਂ ਮਸਲਾ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ, ਬੜੀ ਵੱਡੀ ਲੁੱਟ ਖਸੁੱਟ ਹੈ ਕਰੋਨਾ ਦੀ ਆੜ ਦੇ ਵਿੱਚ। ਆ ਪਿੱਛੇ ਇੱਕ ਲੈਬ ਤੁਹਾਨੂੰ ਦਿਸ ਰਹੀ ਹੈ ਕਿ ਕਿਵੇਂ ਦੁਕਾਨਦਾਰੀ ਚਲਾਈ ਜਾਂਦੀ ਹੈ, ਕਿਵੇਂ ਲੋਕਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ ਹੈ। ਲੋਕਾਂ ਨੂੰ ਮੈਂ ਫਿਰ ਕਹਿਣਾ ਚਾਹੁੰਦਾ, ਮੈਂ ਅੱਗੇ ਵੀ ਇੱਕ ਦਿਨ ਕਿਹਾ ਸੀਗਾ ਕਿ ਲੋਕਾਂ ਨੂੰ ਅਜੇ ਆਦਤ ਨਹੀਂ ਪਈ ਕਰੋਨਾ ਨਾਲ ਲੜਨ ਦੀ, ਕਰੋਨਾ ਨਾਲ ਰਹਿਣ ਦੀ, ਪਰ ਲੀਡਰਾਂ ਨੇ, ਡਾਕਟਰਾਂ ਨੇ, ਇਹੋ ਜਿਹੇ ਲੈਬ ਵਾਲਿਆਂ ਨੇ ਜਿਹੜੇ ਭ੍ਰਿਸ਼ਟ ਲੋਕ ਨੇ ਉਹਨਾਂ ਨੇ ਆਦਤ ਪਾ ਲਈ ਹੈ ਕਿ ਕਰੋਨਾ ਦੇ ਰਾਹੀਂ ਪੈਸੇ ਕਿੱਦਾਂ ਕਮਾਉਣੇ ਨੇ, ਲੋਕਾਂ ਨੂੰ ਲੁੱਟਣਾ ਕਿੱਦਾਂ, ਔਰ ਹੁਕਮਰਾਨਾਂ ਦੀ ਸ਼ਹਿ ਦੇ ਉੱਤੇ ਹੋ ਰਿਹਾ। ਇੱਕ ਦਿਨ ਅੱਗੇ ਵੀ ਕੰਪਲੇਂਟ ਆਈ ਸੀ ਤੇ ਕੋਈ ਕਾਰਵਾਈ ਨਹੀਂ ਹੋਈ। ਇੱਥੇ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ, ਸ਼ਹਿਰ ਦੇ ਵਾਸੀਆਂ ਨੂੰ, ਕਿ ਇਹ ਕਾਫਲੇ ਵਾਲੋ ਤੁਮ ਇਤਨਾ ਵੀ ਨਾ ਸਮਝੇ, ਲੂਟਾ ਹੈ ਤੁਮੇ ਰਹਿਜਨ ਨੇ ਰਹਿਬਰ ਕੇ ਇਸ਼ਾਰੇ ਪਰ। ਜਿਨ੍ਹਾਂ ਲੋਕਾਂ ਨੂੰ ਸਾਡੇ ਲੋਕਾਂ ਦੇ ਇਲਾਜ ਕਰਨੇ ਚਾਹੀਦੇ ਆ, ਜਿਨ੍ਹਾਂ ਲੋਕਾਂ ਨੂੰ ਸਾਡੇ ਲੋਕਾਂ ਨਾਲ ਖਲੋਣਾ ਚਾਹੀਦਾ, ਉਹ ਲੋਕ ਸਾਡੇ ਲੋਕਾਂ ਦੇ ਪੈਸੇ ਲੁੱਟ ਰਹੇ ਔਰ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਆ। ਅੰਮ੍ਰਿਤਸਰ, ਮੈਂ ਪਹਿਲੇ ਦਿਨ ਤੋਂ ਦੱਸ ਦਵਾਂ, ਅੰਮ੍ਰਿਤਸਰ ਕਰੋਨਾ ਹੱਬ ਸੀਗਾ ਪਹਿਲੇ ਦਿਨ ਤੋਂ, ਕਿਉਂਕਿ ਬਾਹਰੋਂ ਵੀ ਜਿਹੜੇ ਲੋਕ ਆਉਂਦੇ ਸੀਗੇ ਉਹਨਾਂ ਨੂੰ ਅੰਮ੍ਰਿਤਸਰ ਠਹਿਰਾਇਆ ਜਾਂਦਾ ਸੀ। ਜਿਹੜੇ ਪੇਸ਼ੈਂਟ ਸੀਗੇ ਗੁਰੂ ਨਾਨਕ ਹਸਪਤਾਲ ਦੇ ਵਿੱਚ, ਬਾਹਰੋਂ ਵੀ ਕਿਸੇ ਜ਼ਿਲ੍ਹੇ ਤੋਂ ਲੋਕ ਇੱਥੇ ਲਿਆਏ ਜਾਂਦੇ ਸੀਗੇ, ਪਰ ਸਰਕਾਰ ਵੱਲੋਂ ਇਸ ਚੀਜ਼ ਨੂੰ ਕਦੀ ਸੀਰੀਅਸਲੀ ਲਿਆ ਹੀ ਨਹੀਂ ਗਿਆ ਕਿ ਅੰਮ੍ਰਿਤਸਰ ਸ਼ਹਿਰ ਡੁੱਬ ਜੂਗਾ। ਇਹਦੀ ਆੜ ਦੇ ਵਿੱਚ ਪੈਸੇ ਕਮਾਉਣ ਦਾ ਸਾਧਨ ਬਣਾ ਲਿਆ ਪ੍ਰਾਈਵੇਟ ਲੈਬ। ਜਦੋਂ ਇਹਨਾਂ ਨੂੰ ਪਰਮਿਸ਼ਨ ਦਿੱਤੀ ਗਈ ਕਰੋਨਾ ਦੇ ਟੈਸਟ ਕਰਨ ਦੀ, ਔਰ ਇੱਥੇ ਬਟ ਨੈਚੁਰਲ ਹੈ, ਇੱਕ ਮਤਲਬ ਕੰਧ ਤੇ ਲਿਖੀ ਚੀਜ਼ ਹੈ ਕਿ ਜਦੋਂ ਵੀ ਡਾਕਟਰ ਕਿਸੇ ਪ੍ਰਾਈਵੇਟ ਤੋਂ ਸਕੈਨ ਟੈਸਟ ਕਰਾਉਂਦਾ ਤੇ ਉਹਦੀ ਕਮਿਸ਼ਨ ਤੇ ਉਹਦੀ ਸੈਟਿੰਗ ਪੱਕੀ ਹੁੰਦੀ ਹੈ। ਇੱਥੇ ਨੈਗੇਟਿਵ ਨੂੰ ਪੋਜ਼ਿਟਿਵ ਕਰਕੇ ਕਿਵੇਂ ਹਸਪਤਾਲਾਂ ਦੇ ਵਿੱਚ ਰੈਫਰ ਕੀਤਾ ਜਾਂਦਾ ਹੈ, ਕਿਵੇਂ ਉਹਨਾਂ ਦੀ ਦੁਕਾਨਦਾਰੀ ਚਲਾਈ ਜਾਂਦੀ ਹੈ, ਔਰ ਉੱਥੇ ਜਿਹੜਾ ਪੈਕੇਜ ਸੈੱਟ ਹੁੰਦਾ ਕਿਸੇ ਦਾ 4 ਲੱਖ ਦਾ, ਕਿਸੇ ਦਾ 5 ਲੱਖ ਦਾ। ਹੁੰਦਾ ਕੀ ਹੈ ਕਿ ਪ੍ਰਾਈਵੇਟ ਵਾਲੇ ਠੀਕ ਨੂੰ ਹੀ ਠੀਕ ਕਰ ਦਿੰਦੇ ਨੇ ਕਿਉਂਕਿ ਉੱਥੇ ਪੇਸ਼ੈਂਟ ਹੀ ਠੀਕ ਭੇਜੇ ਜਾਂਦੇ ਆ। 5 ਦਿਨ ਬਾਅਦ ਉਹਦਾ ਦੁਬਾਰਾ ਇੱਥੋਂ ਟੈਸਟ ਕੀਤਾ ਜਾਂਦਾ ਔਰ ਉਹਨੂੰ ਕਹਿ ਦਿੰਦੇ ਆ ਨੈਗੇਟਿਵ ਆ ਗਿਆ। ਇੱਕ ਤੇ ਉਹ ਹਸਪਤਾਲ ਦੀ ਐਡ ਹੁੰਦੀ ਆ, ਲੋਕ ਇੰਨੇ ਜ਼ਿਆਦਾ ਡਰਦੇ ਨੇ ਔਰ ਉੱਥੇ ਹੀ ਜਾਣਾ ਪਸੰਦ ਕਰਦੇ ਨੇ ਕਿ ਇੱਥੋਂ ਪੇਸ਼ੈਂਟ ਠੀਕ ਹੋ ਰਹੇ ਆ। ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਜੇ ਪ੍ਰਾਈਵੇਟ ਹਸਪਤਾਲ ਵਾਲੇ ਬਿਲਕੁਲ ਇਲਾਜ ਠੀਕ ਕਰਦੇ ਨੇ ਤੇ ਇਹਨਾਂ ਦੀ ਡੈਥ ਰੇਸ਼ੋ ਵੇਖੋ, ਇਹਨਾਂ ਕੋਲ ਬੰਦੇ ਮਰਦੇ ਹੀ ਨਹੀਂ। ਕਿਹੜੀ ਇਹਨਾਂ ਨੇ ਜੜੀ ਬੂਟੀ ਲੱਭ ਲਈ ਆ? WHO, USA, ਚਾਈਨਾ, ਇਟਲੀ, ਕਿਸੇ ਵੀ ਮੁਲਕ ਕੋਲੋਂ ਦਵਾਈ ਨਹੀਂ ਲੱਭੀ। ਤੇ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਜਿਹੜੇ ਨੇ ਉਹ ਲੋਕਾਂ ਨੂੰ ਕਿਵੇਂ ਠੀਕ ਕਰ ਰਹੇ ਨੇ, ਇਹ ਸਵਾਲੀਆ ਨਿਸ਼ਾਨ ਨਹੀਂ ਹੈ। ਫਿਕਸ ਮੈਚ ਹੈ, ਫਿਕਸ ਮੈਚ ਲੈਬ ਵਾਲਿਆਂ ਦਾ, ਪ੍ਰਾਈਵੇਟ ਹਸਪਤਾਲਾਂ ਦਾ ਤੇ ਸਰਕਾਰ ਦਾ। ਹਰ ਬੰਦੇ ਨੂੰ ਆਪੋ ਆਪਣੀ ਕਮਿਸ਼ਨ ਜਾਂਦੀ ਆ। ਇੱਥੇ ਮੈਂ ਇਹਨਾਂ ਨੂੰ ਇਹ ਵੀ ਕਹਿਣਾ ਕਿ ਮੇਰੇ ਬੋਲਣ ਤੋਂ ਬਾਅਦ ਕਿਤੇ ਰੇਸ਼ੋ ਠੀਕ ਕਰਨ ਲਈ 4-5 ਬੰਦੇ ਮਰੇ ਵਿਖਾਉਣ ਲਈ ਕਿਤੇ ਮੈਂ ਹਸਪਤਾਲ ਵਾਲੇ ਪ੍ਰਾਈਵੇਟ ਵਾਲੇ ਲੋਕਾਂ ਨੂੰ ਮਾਰਨਾ ਸ਼ੁਰੂ ਨਾ ਕਰ ਦੇਣ, ਵੀ ਜਿਹਦੇ ਬੰਦਿਆਂ ਨੂੰ ਨਾ ਮਾਰ ਦੇਣ, ਨੈਗੇਟਿਵ ਬੰਦਿਆਂ ਨੂੰ ਨਾ ਮਾਰ ਦੇਣ। ਇਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ। ਹਾਲਾਤ ਬੁਰੇ ਨੇ, ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਕਿ ਦੇਖੋਗੇ तो हर मोड़ पे मिल जाएंगी लाशें, ढूंढोगे तो इस शहर में कातिल ना मिलेगा। मैं तो इत्थे कहना चाहना कि करोना भी
ਕਿਤੇ ਨਾ ਕਿਤੇ ਸ਼ਰਮਸਾਰ ਹੋ ਕੇ ਸਾਡੇ ਹਿੰਦੁਸਤਾਨ ਚੋਂ ਵਾਪਸ ਆਪੇ ਹੀ ਚਲੇ ਜਾਣਾ। ਉਹ ਕਹਿੰਦਾ ਮੇਰੇ ਨਾਲੋਂ ਤੇ ਵੱਧ ਖਤਰਨਾਕ ਵਾਇਰਸ ਤੁਸੀਂ ਲਈ ਫਿਰਦੇ ਹੋ, ਜਿਹੜਾ ਲੋਕਾਂ ਕੋਲ ਪੈਸੇ ਇਕੱਠੇ ਕਰਨ ਦਾ ਤੇ ਭ੍ਰਿਸ਼ਟਾਚਾਰ ਦਾ। ਮੈਂ ਤਾਂ ਤੁਹਾਨੂੰ ਲੋਕਾਂ ਨੂੰ ਮਾਰਨ ਆਇਆ ਸੀ, ਤੁਸੀਂ ਤੇ ਅੱਗੇ ਹੀ ਮਰੇ ਪਏ ਹੋ। ਕਿਤੇ ਤੁਹਾਡੇ ਭ੍ਰਿਸ਼ਟਾਚਾਰ ਵਾਲਾ ਵਾਇਰਸ ਜਿਹੜਾ ਸਾਡੇ ਚੀਨ 'ਚ ਵਾਪਸ ਨਾ ਆ ਜਾਏ, ਮੈਂ ਡਰਦਾ ਹੀ ਇੱਥੋਂ ਚਲੇ ਜਾਣਾ। ਮਨਦੀਪ ਮੰਨਾ ਨੇ ਦੋਸ਼ ਲਾਇਆ ਕਿ ਨਿੱਜੀ ਲੈਬ ਅਤੇ ਹਸਪਤਾਲ ਆਪਸ ਵਿੱਚ ਮਿਲ ਕੇ ਲੋਕਾਂ ਨੂੰ ਕਰੋਨਾ ਦਾ ਡਰ ਦਿੰਦੇ ਨੇ ਅਤੇ ਫਿਰ ਉਹਨਾਂ ਤੋਂ ਲੱਖਾਂ ਰੁਪਏ ਇਲਾਜ ਦੇ ਰੂਪ ਵਿੱਚ ਵਸੂਲਦੇ ਨੇ, ਜਦ ਕਿ ਜਿਹੜੀਆਂ ਦਵਾਈਆਂ ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੀ ਕੀਮਤ ਮਹਿਜ 250 ਤੋਂ 300 ਰੁਪਏ ਬਣਦੀ ਹੈ। ਉਹਨਾਂ ਦੋਸ਼ ਲਾਇਆ ਕਿ ਨਿੱਜੀ ਲੈਬ ਦਾ ਮਾਲਕ ਪੀੜਤ ਪਰਿਵਾਰਾਂ ਨੂੰ ਕੇਸ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ ਅਤੇ ਖੁਦ ਨੂੰ ਸਿਆਸਤਦਾਨਾਂ ਦਾ ਕਰੀਬੀ ਦੱਸਦਾ ਹੈ। ਹੁਣ ਹੁੰਦਾ ਕੀ ਹੈ, ਇੱਕ ਦਿਨ 'ਚ ਪੇਸ਼ੈਂਟ ਪੋਜ਼ਿਟਿਵ ਆਉਂਦਾ, ਮੈਂ ਇੱਥੇ ਲੋਕ ਤੁਹਾਨੂੰ ਵਿਖਾਏ ਜਿਹੜੇ ਨਾਲ ਸੀਗੇ, ਦੂਜੇ ਦਿਨ ਉਹ ਬੰਦਾ ਨੈਗੇਟਿਵ ਹੋ ਜਾਂਦਾ ਜਦੋਂ ਉਹਦੀ ਸਰਕਾਰੀ ਹਸਪਤਾਲ ਦੇ ਵਿੱਚੋਂ ਰਿਪੋਰਟ ਆਉਂਦੀ ਹੈ। ਇੰਨਾ ਕਿਹੜਾ ਫਾਸਟ ਇਲਾਜ ਚੱਲਦਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ। ਆਹ ਹਸਪਤਾਲ ਵਾਲੇ ਦਿੰਦੇ ਕੀ ਨੇ? ਗਰਮ ਪਾਣੀ, ਲਿਮਸੀ ਦੀ ਗੋਲੀ 20 ਰੁਪਏ ਦਾ ਪੱਤਾ ਆਉਂਦਾ, ਇਵੋਨ ਦੀ ਗੋਲੀ 160 ਰੁਪਏ ਦਾ ਪੱਤਾ ਆਉਂਦਾ, ਥਾਈਨੋਰਮ ਸਾਰੇ ਇੱਕੋ ਚੀਜ਼ ਦਿੰਦੇ ਨੇ, 20 ਰੁਪਏ ਦਾ ਉਹ ਪੱਤਾ। ਬੀਟਾ ਦਿੰਦੇ ਗਰਾਰੇ ਕਰਨ ਨੂੰ ਕਹਿੰਦੇ ਨੇ, ਬੀਕੋਜ਼ਮ ਦਿੰਦੇ ਨੇ। ਇਹ 250 ਰੁਪਏ ਦੀ ਦਵਾਈ ਬਣਦੀ ਔਰ 5-5 ਲੱਖ ਦੇ ਲੋਕਾਂ ਨਾਲ ਪੈਕੇਜ ਕੀਤੇ ਜਾਂਦੇ ਆ। ਇਹ ਪੋਜ਼ਿਟਿਵ ਨੈਗੇਟਿਵ ਹੈ ਕੀ ਆ? ਇਹਨੂੰ ਸਮਝਣ ਦੀ ਲੋੜ ਸੀ। ਇਹਨਾਂ ਲੋਕਾਂ ਨੂੰ ਕਿਸੇ ਦੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ, ਕਿਸੇ ਦੀ ਮੌਤ ਨਾਲ ਕੋਈ ਮਤਲਬ ਨਹੀਂ। ਆਹ ਮੇਰੇ ਲਾਗੇ ਖੁੱਲਰ ਸਾਹਿਬ ਖਲੋਤੇ ਨੇ, ਜਿੱਦਣ ਪਹਿਲੇ ਦਿਨ ਇਹਨਾਂ ਪਰਦਾ ਫਾਸ਼ ਕੀਤਾ ਇਹਨਾਂ ਦਾ। ਇਹਨਾਂ ਦੀ ਪ੍ਰੈਗਨੈਂਟ ਨੂੰ ਉਹਦਾ ਇਲਾਜ ਉਹ ਹਸਪਤਾਲ ਦੇ ਵਿੱਚ ਸੀਗੀ ਔਰ ਉਹਦੀ ਡਿਲੀਵਰੀ ਹੋਣੀ ਸੀ ਅਗਲੇ ਦਿਨ। ਹਸਪਤਾਲ ਨੂੰ ਕਹਿੰਦਾ ਹੈ ਕਿ ਤੇਰਾ ਕਰੋਨਾ ਟੈਸਟ ਹੋਣਾ ਜ਼ਰੂਰੀ ਹੈ ਔਰ ਇੱਥੇ ਸੈਟਿੰਗ ਹੈ, ਇੱਥੋਂ ਟੈਸਟ ਕਰਾਇਆ ਜਾਂਦਾ। ਇਹ ਲੋਕ ਉਹਨੂੰ ਕਹਿ ਦਿੰਦੇ ਨੇ ਕਿ ਤੁਹਾਡੀ ਬੱਚੀ ਜਿਹੜੀ ਪੋਜ਼ਿਟਿਵ ਹੈ। ਉਸ ਹਸਪਤਾਲ ਦੇ ਵਿੱਚ ਉਹਦਾ ਡਿਲੀਵਰੀ ਦਾ ਪੈਕੇਜ 1.5 ਲੱਖ ਰੁਪਏ ਦਾ ਸੀਗਾ। ਹੁਣ ਇਹ ਜਿੱਥੇ ਕਰੋਨਾ ਪੋਜ਼ਿਟਿਵ ਦੱਸਦੇ ਨੇ ਉੱਥੇ ਪੈਕੇਜ ਹੁੰਦਾ 5-5 ਲੱਖ ਰੁਪਏ ਦਾ। ਇਸ ਕਰਕੇ ਇਹ ਧੰਦਾ ਸੀਗਾ। ਇਹਨਾਂ ਨੂੰ ਇਹ ਸ਼ਰਮ ਨਹੀਂ ਆਈ ਕਿ ਉਹਦੇ ਪੇਟ ਦੇ ਵਿੱਚ ਬੱਚਾ ਹੈ, ਉਹ ਵੀ ਮਰ ਜਾਊਗਾ। ਔਰ ਇਹ ਲੋਕ ਇਹ ਸੈਂਪਲ ਤੱਕ ਜਿਹੜੇ ਬਦਲ ਦਿੰਦੇ ਆ ਲੋਕਾਂ ਦੇ, ਲੋਕਾਂ ਨੂੰ ਪੋਜ਼ਿਟਿਵ ਜਿਹੜੇ ਆ ਉਹ ਜਿਹੜੇ ਨੈਗੇਟਿਵ ਹੈ ਉਹਨਾਂ ਨੂੰ ਪੋਜ਼ਿਟਿਵ ਕਹਿ ਦਿੱਤਾ ਜਾਂਦਾ। ਇਹ ਸਾਰਾ ਧੰਦਾ ਜਿਹਦੇ ਬਾਰੇ ਅੱਜ ਇੱਥੇ ਸਾਰੇ ਲੋਕਾਂ ਨੂੰ ਸੱਦਿਆ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ। ਇਹ ਇੱਕ ਦਿਨ ਇਹ ਬਾਊ ਜੀ ਦੇ ਸਵਾਲਾਂ ਦੇ ਜਵਾਬ ਦਿੰਦਾ ਸੀ ਲੈਬ ਵਾਲਾ। ਇਹ ਕਹਿੰਦਾ ਜੀ ਨੱਕ ਮੂੰਹ ਦੇ ਵਿੱਚੋਂ ਸੈਂਪਲ ਲਿਆ ਜਾਂਦਾ, ਹੋ ਸਕਦਾ ਸੈਂਪਲ ਥੱਲੇ ਹੋਵੇ, ਉਹ ਬਾਹਰ ਆਇਆ ਹੀ ਨਾ ਹੋਵੇ। ਕਮਾਲ ਹੋ ਗਈ ਯਾਰ, ਕਿਹੜੀ ਲੈਬ ਹੈ? ਕਿਹਦੇ ਵਿੱਚੋਂ ਜਿਹੜਾ ਤੁਸੀਂ ਇਹਦਾ ਮਤਲਬ ਸੈਂਪਲ ਲੈਂਦੇ? ਕਾਹਦੇ ਲਈ ਤੁਸੀਂ ਲੈਬ ਖੋਲੀ ਹੋਈ ਜੇ ਬੰਦੇ ਦੇ ਸਰੀਰ ਦੇ ਵਿੱਚੋਂ ਤੁਸੀਂ ਸੈਂਪਲ ਹੀ ਨਹੀਂ ਲੈ ਸਕਦੇ? ਔਰ ਅਗਲੇ ਦਿਨ ਇਹ ਕਹਿੰਦਾ ਨੈਗੇਟਿਵ ਤਾਂ ਆ ਗਿਆ, ਉਹ ਠੀਕ ਹੋ ਜਾਣਾ ਸੀਗਾ, ਮਾਈਲਡ ਸੀਗਾ, ਉਹਨੂੰ ਘੱਟ ਸੀਗਾ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇੰਨੀ ਦੇਰ ਤੇ ਕਿਸੇ ਜਗ੍ਹਾ ਦੇ ਉੱਤੇ ਵਾਇਰਸ ਪਿਆ ਹੋਵੇ ਨਾ, ਕਿਸੇ ਪੋਲੀਥੀਨ ਤੇ ਕਿਸੇ ਕੰਧ ਦੇ ਉੱਤੇ, ਉਨੀ ਦੇਰ ਤੇ ਉੱਥੇ 24-48 ਘੰਟੇ ਨਸ਼ਟ ਨਹੀਂ ਹੁੰਦਾ ਜਿੰਨੀ ਛੇਤੀ ਤੁਸੀਂ ਬੰਦੇ ਦੇ ਸਰੀਰ ਦੇ ਵਿੱਚ ਕਰ ਦਿੱਤਾ। ਫਿਰ ਤੁੱਲੀ ਕੀ ਕਹਿ ਰਿਹਾ? ਇਹਦੀ ਮੈਂ ਅਖਬਾਰ ਦੀ ਕਟਿੰਗ ਵਿਖਾਈ ਹੈ, ਤੁੱਲੀ ਲੈਬ ਵਾਲਾ। ਸਰਕਾਰ ਤੇ ਵਿਭਾਗ ਮੇਰੇ ਨਾਲ ਹੈ। ਕਿਹੜਾ ਤੇਰਾ ਪਿਓ ਸਰਕਾਰ ਦੇ ਵਿੱਚ ਬੈਠਾ ਜਿਹਦੀ ਛੱਤਰ ਛਾਇਆ ਦੇ ਵਿੱਚ ਤੂੰ ਐਡੀ ਮਤਲਬ ਆਕੜ ਵਿਖਾ ਰਿਹਾ? ਅਰੇ ਬਾਊ ਹਣਾ ਨੂੰ ਤੂੰ ਕਹਿੰਦਾ ਮੈਂ ਤੇਰੇ ਤੇ ਕੇਸ ਕਰਨਾ। ਮੈਂ ਤੈਨੂੰ ਕਹਿੰਦਾ ਆਪਦੇ ਪਿਓ ਦਾ ਤੇ ਕਰ ਕੇਸ। ਤੇਰੇ ਮਗਰ ਜਿਹੜੇ ਸਿਆਸੀ ਪਿਓ ਖਲੋਤੇ ਨਾ ਤੈਨੂੰ ਠੇਕੇ ਦੇਣ ਵਾਲੇ, ਜੇ ਮੈਂ ਉਹ ਵੀ ਨੰਗੇ ਨਾ ਕਰਤੇ ਤੇ ਮੇਰਾ ਨਾਮ ਮਨਦੀਪ ਸਿੰਘ ਮੰਨਾ ਨਹੀਂ ਹੋ। ਫਿਰ ਇਹ ਬਾਊ ਜੀ ਨੂੰ ਜਵਾਬ ਦਿੰਦਾ ਕਿ ਕਿਹੜਾ ਅਪੋਲੋ ਹਸਪਤਾਲ, ਇਹਨਾਂ ਦਾ 1.5 ਲੱਖ ਦਾ ਪੈਕੇਜ ਸੀਗਾ, ਕਿਉਂ ਛੱਡਦਾ? ਉਹ ਨਹੀਂ ਸੀ ਛੱਡਣਾ ਚਾਹੁੰਦਾ ਡਿਲੀਵਰੀ ਪੈਕੇਜ ਨੂੰ। ਉਹ 1.5 ਲੱਖ 'ਚ ਤੈਨੂੰ ਮਿਲਣਾ ਕੁਛ ਨਹੀਂ ਸੀਗਾ। 5 ਲੱਖ ਵਾਲਾ ਪੈਕੇਜ ਤੂੰ ਕਰਨਾ ਸੀ, ਤਾਂ ਤੂੰ ਪੋਜ਼ਿਟਿਵ ਇਹਨਾਂ ਨੂੰ ਕਹਿ ਦਿੱਤਾ। ਮੈਂ ਤੈਨੂੰ ਕਹਿਣ ਲੱਗਾ ਤੁੱਲੀ, बुलंदी की खुमारी संतों के जादू तोड़ देती है। बुलंदी की खुमारी संतों के जादू तोड़ देती है। हवा उड़ते हुए पंछी के बाजू तोड़ देती है। और तुल्ली, थोड़ी बहुत गैरत जरूरी है। तवायफ तक भी किसी मौके पर घुंघरू तोड़ देती है। तुसी ते उन्हां नूं भी माड़े हो। आ दूजी फैमिली है विक्की दत्ता, आ इन्हां दे वाइफ खड़े ने, इन्हां दी वाइफ नूं तुल्ली ने पॉजिटिव कह दिता। अगले दिन टेस्ट हुंदा है सरकारी और ये नैगेटिव आ जाती है। उहदी रिपोर्ट 2-3 दिन बाद आउंदी है। 2-3 दिन इस लड़की ते की बीती, किन्नी दहशत च रही। आ छोटा जिहा बच्चा इहदा बेटा है, इन्हां नूं मिल तक नहीं सकी। जे इहनूं हार्ट अटैक हो जांदा ते जिम्मेवार कौन सीगा? फिर इहनूं कोरोना पेशेंट दे विच रखिया गया। जे इहदा उत्थे पॉजिटिव आ जांदा फिर इहदा कौन जिम्मेवार सीगा? रिश्तेदारां तक ने इहनूं मिलण तो इनकार कर दिता। आ हालात बना दिते गए। इहदे नाल परिवार दे 5 टैसट कीते जांदे ने। तुल्ली वल्लों 10 तरीक नूं ਉਹਦੇ ਵਿੱਚੋਂ 5 ਦੇ 5 ਪੋਜ਼ਿਟਿਵ ਕਹਿ ਦਿੱਤੇ ਜਾਂਦੇ ਨੇ। 11 ਤਰੀਕ ਨੂੰ ਸਰਕਾਰੀ ਸੈਂਪਲ ਜਾਂਦਾ ਇਹਨਾਂ ਦਾ, ਉਹਦੀ ਰਿਪੋਰਟ ਹੁਣ ਆ ਗਈ ਹੈ। ਉਹਦੇ ਵਿੱਚ ਸਾਰੇ ਹੀ ਜਿਹੜੇ ਨੇ ਉਹ ਨੈਗੇਟਿਵ ਕਰ ਦਿੱਤੇ ਜਾਂਦੇ ਨੇ। ਦੁਬਾਰਾ ਇੱਕ ਸੈਂਪਲ ਉਹਨਾਂ ਦਾ ਲਿਆ ਜਾਂਦਾ, ਉਹਦੇ ਵਿੱਚ ਉਹ ਫੇਰ ਪੋਜ਼ਿਟਿਵ ਆ ਗਏ ਨੇ 3 ਜਣੇ, ਕਿਉਂਕਿ ਉਹਨਾਂ ਨੂੰ ਕਰੋਨਾ ਪੇਸ਼ੈਂਟ ਵਾਰਡ ਦੇ ਵਿੱਚ ਰੱਖਿਆ ਗਿਆ। ਕੀ ਇਹਦੀ ਜਾਂਚ ਕਰੂਗੀ ਸਰਕਾਰ? ਇੱਥੇ ਹੀ ਬਸ ਨਹੀਂ, ਮੰਨਾ ਨੇ ਦੋਸ਼ ਲਾਇਆ ਕਿ ਲੈਬ ਖਿਲਾਫ ਰਿਪੋਰਟਾਂ ਲਿਖਵਾਉਣ ਦੇ ਬਾਵਜੂਦ ਵੀ सरकार या प्रशासन वालों लैब खिलाफ कोई भी कार्रवाई नहीं की जा रही। कंप्लेंट
ਲੋਕਾਂ ਨੇ ਕੀਤੀ ਹੈ, ਬਾਊ ਜੀ ਨੇ ਕੀਤੀ, ਕਿਉਂ ਨਹੀਂ ਇਹਦੇ ਉੱਤੇ ਕੋਈ ਕਾਰਵਾਈ ਕਰਦਾ? ਏਡੀ ਕੀ ਦਹਿਸ਼ਤ ਹੈ, ਕੀ ਲਿੰਕ ਹੈ ਇਸ ਬੰਦੇ ਦਾ, ਇਹਦੇ ਉੱਤੇ ਜਾਂਚ ਹੋਣੀ ਜ਼ਰੂਰੀ ਹੈ। ਇਹ ਲੜਕਾ ਮਨੋਜ, ਇਹਦੇ ਫਾਦਰ ਮਦਰ ਇੰਗਲੈਂਡ ਤੋਂ ਆਉਂਦੇ ਨੇ ਇੱਕ ਦਿਨ, ਔਰ ਜੋ ਰੂਲ ਸੀਗਾ, ਜੋ ਮਤਲਬ ਗਾਈਡਲਾਈਨ ਸੀਗੀਆਂ, ਉਹਦੇ ਮੁਤਾਬਕ ਇਹਨਾਂ ਨੂੰ ਤਾਜ ਹੋਟਲ ਦੇ ਵਿੱਚ, ਇਹ ਸਹਿਬ-ਏ-ਸੀਅਤ ਹਸਤੀ ਸੀਗੇ, ਇਹਨਾਂ ਤਾਜ ਦੇ ਵਿੱਚ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਿਆ, ਔਰ ਉਸ ਤੋਂ ਬਾਅਦ ਕਿਸੇ ਦੀ ਰੈਫਰੈਂਸ ਦੇ ਉੱਤੇ ਇਹ ਤੁੱਲੀ ਦੇ ਕੋਲੋਂ ਜਿਹੜਾ ਆਪਣਾ ਟੈਸਟ ਕਰਾਉਂਦੇ ਨੇ, ਔਰ ਇਹਨਾਂ ਦੇ ਫਾਦਰ ਨੂੰ ਜਿਹੜਾ ਪੋਜ਼ਿਟਿਵ ਕਹਿ ਦਿੱਤਾ ਜਾਂਦਾ। ਇੱਕੋ ਕਮਰੇ ਦੇ ਵਿੱਚ ਰਹੇ ਨੇ। ਅਖੀਰ ਦੇ ਵਿੱਚ ਇਹ 2 ਦਿਨ ਬਾਅਦ ਡੀਸੀ ਨੂੰ ਫੋਨ ਕਰਦੇ ਨੇ ਜਾਂ ਆਪਣੀ ਅਪਰੋਚ ਕਰਦੇ ਨੇ, ਇਹਨਾਂ ਦਾ ਸਰਕਾਰੀ ਟੈਸਟ ਆਉਂਦਾ, ਉਹ ਵੀ ਨੈਗੇਟਿਵ ਆ ਜਾਂਦਾ। ਇੱਕ ਦਿਨ ਦੇ ਵਿੱਚ ਐਡਾ ਵੱਡਾ ਕਾਲਮਾਲ ਹੋ ਰਿਹਾ, ਕੌਣ ਜ਼ਿੰਮੇਵਾਰ ਹੈ? ਮੈਂ ਫਿਰ ਕਹਿੰਦਾ ਇਹਨਾਂ ਲੋਕਾਂ ਨੂੰ ਚਰਾਏ 'ਚ ਫਾਂਸੀ। मैं तो सरकार नूं कहण लगा कि हुआ अपहरण कानून का, पूरी जनता मौन, दोषी हुक्मरान है, रपट लिखाए कौन, जाइए किथे, रोइए किथे। मैं कैप्टन अमरिंदर सिंह होणां नूं बड़े नरम शब्दां दे विच अपील कर लगा कि 420 का केस बनदा इस बंदे दे उत्ते, वो दर्ज किया जाए। इहदे जिहड़े कोविड टैसट हुंदे आ वो कैंसल किए जाण। हुण तक किन्ने लोकां दी जिंदगी नाल खिलवाड़ कर चुका, किन्ने बंदियां दा पैसा लुट चुका। मैं सरकार नूं फिर कहना कि जे तुहाडे कोलों सरकार नहीं चलदी, कोई लीडर बाहर नहीं आ रहा, कोई वड्डा अफसर बाहर नहीं आ रहा, आ यूथ सारा वेला तुरिया फिरदा, कोई MA PhD है, इन्हां नूं 2-2 महीने अपनी सरकार दे अहुदे दे दो, DC MLA मंत्री। जदों करोना मुका दूगा यूथ, उदों फिर लुट्टण आ जिओ, सानूं तुहाडियां कुर्सियां ते बिठा देवांगे, इन्हां नूं मौका दे दो। तुहाडे कोलों करोना नहीं खत्म हो सकदा। और अखीर दे विच मैं तुल्ली नूं कहण लगा ते नाल दस दी जिहड़े तेरे चोर आ, नाल दे तेरे साथी जिहड़े सियासी आका वा, कि जिद्दणे बाऊ जी की कंप्लेंट आई सी ना, मेरे ध्यान च सीगा कि मैं तेनू तेरा पूरा पक्ष तेरा भी जानना चाहना, पूरे तत्थां की जांच करनी चाहना, तत्थां तो बिना बोलना नहीं चाहता, तह तक जाना चाहता सी। हुण मैं तह तक आ गया, जां भज जिहड़े प्यो तक भजना ही। मैं वेखूं तेनू शहर का किहड़ा MLA बचाउंदा, किहड़ा मंत्री बचाउंदा, जेड़े जेड़े तेरे मगर खलोते आ, जेड़े जेड़े तेनू सरकारी टेंडर देण नूं फिरदे आ। जे मैं नंगे ना कर दिते ते मेरा नाम ही मन्ना नहीं हो। मैं तेनू ये कह के समाप्ति कर लगा, ठगा, कि अपना दस्तूर है दुश्मन को दुआ भी देना, अपना दस्तूर है दुश्मन को दुआ भी देना, और जालिम हो तो भरपूर सजा भी देना। दूसरे गाल पे थप्पड़ खाते नहीं हैं हम लोग, एहतियातन ये सितमगर को बता भी देना। मामला भावें एक लैब दा है, पर मामला वाकई गंभीर है। जेकर टैसट सचमुच विच ही मनमर्जी नाल पॉजिटिव किए जा रहे हैं तां एक वड्डी अते बहुत करोड़ी गेम जापदी है। एक मरीज़ का इलाज ਲੱਖਾਂ रुपए लैके किया जा रहा है। जेकर कोई गरीब अजिही थां ते फसदा तां उस नूं शायद अपना आप गिरवी रख के इलाज करवाना पवेगा। अजिहे विच कानून अते सरकार नूं इस मामले ते गंभीरता नाल सोचना चाहिए अते घट्टो घट्ट करोना टैसट करन वालियां लैबां नूं अपने कंट्रोल विच जरूर करना चाहिए। ब्यूरो रिपोर्ट, पंजाबी लोक चैनल।